ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਆਵੋ ਸਿੱਖ ਸਤਿ ਗੁਰ ਕੇ ਪਿਆਰਿਓ। ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ। ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੈ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰਿੰਗ ਪਾਣੀ। ਕਹਿ ਨਾਨਕ ਸਦਾ ਗਾਵੋ, ਇਹੋ ਸੱਚੀ ਬਾਣੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗੈਰਨ ਚੜ ਜਾਏ। ਅੰਧ ਲਖੈ ਬਧਰੂ ਸੁਣੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਬ੍ਰਹਮ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਵਾਹਿਗੁਰੂ ਜੀ ਜੈਤ ਸਰੀ, ਬਾਣੀ ਭਗਤਾਂ ਕੀ ਇੱਕ ਓੰਕਾਰ। ਸਤਿਗੁਰ ਪ੍ਰਸਾਦ, ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ। ਰਹਾਉ ਤੁਮ ਕਹੀਅਤ ਹਉ ਜਗਤ ਗੁਰ ਸੁਆਮੀ, ਤੁਮ ਕਹੀਅਤ ਹਉ ਜਗਤ ਗੁਰ ਸੁਆਮੀ। ਹਮ ਕਹੀਅਤ ਕਲ ਜੁਗ ਕੇ ਕਾਮੀ, ਇਨ ਪੰਚਮ ਮੇਰੁ ਮਨ ਜੋ ਬਿਗਾਰਿਓ। ਪਲ ਪਲ ਹਰ ਜੀਤੇ ਅੰਤਰ ਪਾਰਿਓ, ਜਤ ਦੇਖੋ ਤਤ ਦੁਖ ਕੀ ਰਾਸ਼ੀ। ਅਜੋ ਨਾ ਪਤੀ ਆਏ, ਨਿਗਮ ਭੈ ਸਾਖੀ। ਗੋਤਮ ਨਾਰ ਉਮਾਪਤ ਸੁਆਮੀ, ਸ਼ੀਸ਼ ਧਰਨ ਸਹਸ ਭਗਗਾਮੀ। ਇਨ ਦੂਤਨ ਖਲ ਬਧ ਕਰ ਮਾਰਿਓ, ਵੱਡੋ ਨਿਲਾਜ ਅਜਹੂ ਨਹੀਂ ਹਾਰਿਓ। ਕਹਿ ਰਵਿਦਾਸ ਕਹਾ ਕੈਸੇ ਕੀਜੈ, ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ। ਕਹਿ ਰਵਿਦਾਸ ਕਹਾ ਕੈਸੇ ਕੀਜੈ, ਬਿਨ ਰਘੁਨਾਥ
ਸ਼ਰਨ ਕਾਕੀ ਲੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ, ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਰੰਪਾਰ ਮਿਹਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ। ਚੱਲ ਰਹੀ ਲੜੀਵਾਰ ਕਥਾ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਜੈਤਸਰੀ ਰਾਗ ਦੇ ਵਿੱਚ, ਜੈਤਸਰੀ ਰਾਗ ਦੇ ਵਿੱਚ ਜੋ ਭਗਤਾਂ ਬਾਣੀ ਹੈ ਉਹਦੇ ਵਿੱਚ ਇੱਕੋ ਹੀ ਸ਼ਬਦ ਹੈ, ਭਗਤ ਰਵਿਦਾਸ ਜੀ ਦਾ, ਜਿਸ ਦੀ ਵਿਚਾਰ ਆਪਾਂ ਹੁਣ ਸਰਵਣ ਕਰਨ ਜਾ ਰਹੇ ਹਾਂ। ਮਹਾਰਾਜ ਜੀ ਕੀ ਕਿਰਪਾ ਕਰਦੇ ਨੇ ਭਗਤ ਰਵਿਦਾਸ ਜੀ। ਆਓ ਆਪਾਂ ਉਪਦੇਸ਼ ਲਈਏ ਜੀ। ਜੈਤਸਰੀ ਬਾਣੀ ਭਗਤਾਂ ਕੀ ਸਿਰਲੇਖ ਹੈ। ਜੈਤਸਰੀ ਰਾਗ ਹੈ, ਭਗਤਾਂ ਬਾਣੀ ਭਗਤ ਰਵਿਦਾਸ ਜੀ ਦਾ ਸ਼ਬਦ ਹੈ। ਮੰਗਲ ਹੈ ਪਹਿਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮੰਗਲ ਲਾਇਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰੱਬ ਇੱਕ ਹੈ। ਓੰ ਪ੍ਰਕਾਸ਼ਕ ਹੈ, ਕਾਰ ਇੱਕ ਰਸ ਹੈ। ਉਹ ਸਤ ਹੈ, ਨਾ ਜੰਮਦਾ ਨਾ ਮਰਦਾ ਹੈ, ਉਹਦਾ ਆਦਿ ਅੰਤ ਨਹੀਂ ਹੈ। ਸਤ ਗੁਰ ਉਸ ਦਾ ਗਿਆਨ ਸਤ ਹੈ। ਸਤ ਤਿੱਕਰ ਪਹੁੰਚਣ ਵਾਸਤੇ ਸਤ ਦੇ ਗਿਆਨ ਦੀ ਲੋੜ ਹੈ। ਉਹ ਜਿਹੜਾ ਸਤ ਦਾ ਗਿਆਨ ਹੈ ਉਹ ਗੁਰੂ ਦੇ ਕੋਲ ਹੈ। ਜਦੋਂ ਗੁਰੂ ਪ੍ਰਸਾਦ ਭਾਵ ਕਿਰਪਾ ਕਰਕੇ ਸਤ ਦਾ ਗਿਆਨ ਬਖਸ਼ਦਾ ਹੈ, ਫਿਰ ਇਹ ਸਤ ਤਿੱਕਰ ਪਹੁੰਚਦਾ ਜੀ। ਭਗਤ ਰਵਿਦਾਸ ਜੀ ਵੱਲੋਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇੱਕ ਅਰਜ਼ੋਈ ਹੈ, ਬੇਨਤੀ ਹੈ। ਉਹ ਕਿਵੇਂ ਅਰਦਾਸ ਬੇਨਤੀ ਕਰ ਰਹੇ ਨੇ, ਸੋ ਸਾਨੂੰ ਭਗਤ ਜੀ ਤੋਂ ਇਹ ਸਿੱਖ ਮੱਤ ਲੈਣੀ ਚਾਹੀਦੀ ਹੈ। ਜਿੰਨਾ ਚਿਕਰ ਅਸੀਂ ਸਫਲ ਹੀ ਨਹੀਂ ਹੋਏ ਇਸ ਸੰਸਾਰ ਦੇ ਵਿੱਚ, ਅਤੇ ਸਾਨੂੰ ਇਹ ਬੇਨਤੀਆਂ ਕਰਦੇ ਰਹਿਣਾ ਚਾਹੀਦਾ। ਜਿੱਦਾਂ ਭਗਤ ਜੀ ਨੇ ਬੇਨਤੀ ਕੀਤੀ, ਕਹਿੰਦੇ ਨਾਥ, ਹਾਂਜੀ ਰੱਬ ਜਿਸ ਨੇ ਸਾਰਿਆਂ ਨੂੰ ਨੱਥ ਪਾਈ ਹੋਈ ਹੈ, ਆਪ ਨਾਥ ਨਾਥੀ ਸਭ ਜਾਕੀ। ਸਾਰੀ ਸ੍ਰਿਸ਼ਟੀ ਨੂੰ ਉਸਨੇ ਨੱਥਿਆ ਹੋਇਆ ਹੈ, ਆਪਣੇ ਹੁਕਮ ਦੇ ਵਿੱਚ ਚਲਾ ਰਿਹਾ ਹੈ। ਭਗਤ ਜੀ ਕਹਿੰਦੇ ਨਾਥ, ਰੱਬ ਨੂੰ ਕਿਹਾ ਕਛੂ ਨਾ ਜਾਣੋ, ਮੈਨੂੰ ਪਤਾ ਹੀ ਕੁੱਖ ਨਹੀਂ ਲੱਗਦਾ, ਸਮਝ ਹੀ ਨਹੀਂ ਪੈਂਦੀ ਕੀ ਕਰਾਂ ਕੀ ਨਾ ਕਰਾਂ। ਸੋ ਹੁਣ ਇਹ ਉਹ ਕਹਿ ਸਕਦਾ ਜਿਹਨੂੰ ਕੁਝ ਪਤਾ ਲੱਗ ਜਾਵੇ। ਜਿਹੜਾ ਜਾਗ ਗਿਆ ਉਹ ਇੰਨੀ ਗੱਲ ਕਹਿ ਸਕਦਾ। ਜਿਹੜਾ ਜਾਗਿਆ ਹੀ ਨਹੀਂ ਉਹ ਕਹਿ ਸਕਦਾ ਮੈਨੂੰ ਸਮਝ ਨਹੀਂ ਲੱਗੀ। ਉਹ ਤਾਂ ਕਹਿ ਹੀ ਨਹੀਂ ਸਕਦਾ ਮੈਨੂੰ ਸਮਝ ਨਹੀਂ ਪੈਂਦੀ। ਇੰਨੀ ਗੱਲ ਉਹ ਕਹੂਗਾ ਜਿਹੜਾ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਜਿਹੜਾ ਸਮਝਣ ਦੀ ਕੋਸ਼ਿਸ਼ ਕਰਦਾ ਉਹ ਕਹਿ ਸਕਦਾ ਮੈਨੂੰ ਸਮਝ ਨਹੀਂ ਲੱਗੀ। ਜਿਹੜਾ ਸਮਝਣ ਦੀ ਹੀ ਕੋਸ਼ਿਸ਼ ਨਹੀਂ ਕਰਦਾ ਉਹ ਤਾਂ ਇੰਨੀ ਗੱਲ ਕਹਿ ਹੀ ਨਹੀਂ ਸਕਦਾ ਮੈਨੂੰ ਸਮਝ ਨਹੀਂ ਲੱਗੀ। ਸੁੱਤਾ ਹੋਇਆ ਬੰਦਾ ਅਤੇ ਜਾਗਦਾ ਹੋਇਆ ਜ਼ਮੀਨ ਸਮਾਨ ਦਾ ਫਰਕ ਹੈ। ਹੁਣ ਜਦੋਂ ਗੁਰਬਾਣੀ ਦੇ ਗਿਆਨ ਨੇ ਹਲੂਣਾ ਦਿੱਤਾ ਹੈ ਨਾ, ਫਿਰ ਇਹ ਜਾਗਦਾ। ਗੁਰਬਾਣੀ ਕਹਿੰਦੀ ਭਾਈ ਹੁਕਮ ਮੰਨਣਾ, ਭਾਣੇ ਵਿੱਚ ਆਉਣਾ, ਆਹ ਚੀਜ਼ਾਂ ਛੱਡ ਦੇ, ਆਹ ਚੀਜ਼ਾਂ ਮੰਗਿਆ ਕਰ, ਆਹ ਕਰਨਾ ਆਹ ਨਹੀਂ ਕਰਨਾ। ਅਤੇ ਇਹ ਕਹਿੰਦਾ ਮੇਰੀ ਸਮਝ ਵਿੱਚ ਨਹੀਂ ਆ ਰਿਹਾ ਜੀ, ਮੈਂ ਕਿੱਦਾਂ ਕਰਾਂ। ਭਗਤ ਰਵਿਦਾਸ ਜੀ ਨੂੰ ਕੁਝ ਸਮਝ ਲੱਗ ਗਈ ਹੈ, ਸੋ ਇਸ ਕਰਕੇ ਉਹਨੇ ਕਿਹਾ ਨਾਥ ਕਛੂ ਨਾ ਜਾਣੋ। ਇਹ ਵੀ ਕਹਿ ਸਕਦੇ ਹਾਂ ਵੀ ਤੂੰ ਮੈਨੂੰ ਤਾਂ ਸਮਝਾ ਦਿੱਤਾ ਹੈ ਨਾ, ਕਿਉਂਕਿ ਭਗਤ ਰਵਿਦਾਸ ਜੀ ਤਾਂ ਹੁਣ ਇੱਕ ਵਿਕ ਹੋ ਗਏ ਸਨ।
ਉਹਨਾਂ ਦਾ ਰੱਬ ਦੇ ਨਾਲ ਅਭੇਦਤਾ, ਜਿਹਦਾ ਸ਼ਬਦ ਹੁੰਦਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਉਹ ਕਹਿੰਦੇ ਵੀ ਤੇਰੇ ਮੇਰੇ ਵਿੱਚ ਕੋਈ ਫਰਕ ਹੀ ਨਹੀਂ ਰਹਿ ਗਿਆ। ਤੇ ਹੁਣ ਰੱਬ ਕਹਿੰਦਾ ਵੀ ਜਿਹੜੀ ਗੱਲ ਤੂੰ ਸਮਝਿਆ ਬਾਕੀਆਂ ਨੂੰ ਵੀ ਸਮਝਾ ਦੇ। ਅੱਗੋਂ ਭਗਤ ਜੀ ਕਹਿੰਦੇ ਨਾਥ ਕਛੂ ਨਾ ਜਾਣੋ, ਸਮਝ ਨਹੀਂ ਲੱਗਦੀ ਵੀ ਇਹਨਾਂ ਨੂੰ ਕਿੱਦਾਂ ਸਮਝਾਈਏ, ਕਿਉਂਕਿ ਇਹਨਾਂ ਨੂੰ ਕੀ ਸਮਝਾਈਏ। ਕਹਿੰਦੇ ਸਾਡੇ ਵਰਗਾ ਸਿਆਣਾ ਹੀ ਕੋਈ ਨਹੀਂ। ਇਹ ਤਾਂ ਜਾਂ ਤਾਂ ਕੋਈ ਆਪ ਕਹੇ ਨਾ ਜੀ ਮੈਨੂੰ ਦੱਸੋ, ਫਿਰ ਤਾਂ ਉੱਥੇ ਤਾਂ ਦੱਸਣਾ ਬਣਦਾ। ਇਹ ਤਾਂ ਕਹਿੰਦੇ ਸਾਡੇ ਵਰਗਾ ਸਿਆਣਾ ਹੀ ਕੋਈ ਨਹੀਂ। ਇਹਨਾਂ ਨੂੰ ਰੱਬ ਦੀ ਗੱਲ ਕੀ ਦੱਸੀਏ। ਨਾਲੇ ਤੇਰੇ ਬਾਰੇ ਜਾਣਨ ਦੀ ਇਹਨਾਂ ਨੂੰ ਤਾਂ ਇੱਛਾ ਹੀ ਨਹੀਂ ਲੱਗਦੀ। ਕਿੱਥੇ ਫਸੇ ਹੋਏ ਨੇ। ਜਦੋਂ ਭਗਤ ਜੀ ਨੇ ਨੇੜੇ ਹੋ ਕੇ ਦੇਖਿਆ ਨਾ ਸੰਸਾਰ ਨੂੰ, ਕਹਿੰਦੇ ਮਨ ਮਾਇਆ ਕੈ ਹਾਥ ਬਿਕਾਨੋ। ਜਿਹੜੇ ਸੰਸਾਰ ਦੇ ਲੋਕ ਨੇ ਇਹ ਤਾਂ ਮਾਇਆ ਦੇ ਹੱਥੀਂ ਵਿਕ ਗਏ। ਇਹਨਾਂ ਦੇ ਮਨ ਵਿਕੇ ਹੋਏ ਨੇ। ਮਨ ਵਿਕੇ। ਮਨ ਤਾਂ ਗੁਰੂ ਨੂੰ ਵੇਚਣਾ ਸੀਗਾ। ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕੇ ਕਾਰਜ ਰਾਸ। ਆਪਾਂ ਕੀ ਕੀਤਾ ਹੋਇਆ, ਮਨ ਮਾਇਆ ਨੂੰ ਵੇਚਿਆ ਹੋਇਆ। ਮਨ ਮਾਇਆ ਕੈ ਹਾਥ ਬਿਕਾਨੋ। ਮੈਨੂੰ ਜਿਹੜੀ ਚੀਜ਼ ਚਾਹੀਦੀ ਹੈ, ਮੈਂ ਮਾਇਆ ਵੀ ਸੁੱਖ ਚਾਹੀਦੇ ਨੇ, ਮਾਇਆ ਵੀ ਸੁੱਖ ਚਾਹੀਦੇ ਨੇ, ਸੋ ਉਹ ਮਨ ਮੈਂ ਉੱਥੇ ਵੇਚ ਦਿੰਦਾ ਔਰ ਉਸ ਨੂੰ ਪ੍ਰਾਪਤ ਕਰਨ ਵਾਸਤੇ ਮੈਂ ਦਿਨ ਰਾਤ ਮਿਹਨਤ ਕਰਦਾ ਜੀ। ਮਨ ਵੇਚ ਦਿੱਤਾ ਜੀ, ਮਨ ਵੇਚਿਆ। ਅਤੇ ਗੁਰੂ ਨੂੰ ਕਿੱਥੇ ਵੇਚਿਆ? ਗੁਰੂ ਨੂੰ ਤਾਂ ਵੇਚਿਆ ਹੀ ਨਹੀਂ। ਜੇ ਅਸੀਂ ਗੁਰਬਾਣੀ ਵੀ ਪੜ੍ਹਦੇ ਹਾਂ, ਮਨ ਮਾਇਆ ਦੇ ਹੱਥ ਵਿੱਚ ਵਿਕਿਆ ਹੋਇਆ। ਕਿੱਦਾਂ? ਗੁਰੂ ਪਾਸੋਂ ਮੰਗਿਆ ਕੀ? ਦੌਲਤ ਮੰਗੀ, ਕਾਰੋਬਾਰ ਮੰਗਿਆ, ਹਾਂਜੀ, ਮਾਣ ਮੰਗਿਆ ਵੀ ਮੈਨੂੰ ਮਾਣ ਚਾਹੀਦਾ। ਹੋਰ ਮਾਇਆ ਵੀ ਸੁੱਖ ਮੰਗੇ ਅਤੇ ਮਨ ਤਾਂ ਮਾਇਆ ਦੇ ਹੱਥ ਵਿੱਚ ਵਿਕਿਆ ਹੋਇਆ। ਦੇਖੋ ਦਾਤਾਂ ਦੇਣੇ ਵਾਲਾ ਗੁਰੂ ਅਤੇ ਮਨ ਨੂੰ ਮਾਇਆ ਦੇ ਹੱਥ ਵਿੱਚ ਕਿਉਂ ਵਿਕਾਇਆ ਹੋਇਆ? ਇਹ ਸਾਡੀ ਕਮਜ਼ੋਰੀ ਹੈ, ਜਿਹਨੂੰ ਭਗਤ ਰਵਿਦਾਸ ਜੀ ਨੇ ਭਾਂਪ ਲਿਆ, ਜਾਣ ਲਿਆ, ਸਮਝ ਲਿਆ। ਮਨ ਤਾਂ ਮਾਇਆ ਦੇ ਹੱਥ ਵਿੱਚ ਵੇਚਿਆ ਹੋਇਆ। ਤੁਸੀਂ ਹੁਣ ਭਗਤ ਤੋਂ ਕਿਸੇ ਨੇ ਜਦੋਂ ਵਿਦੇਸ਼ ਲਿਆ ਹੋਣਾ, ਭਗਤ ਜੀ ਕਹਿੰਦੇ ਭਾਈ ਮਨ ਜਿਹੜਾ ਆ ਉਹ ਗੁਰੂ ਨੂੰ ਵੇਚ ਦੇ, ਫੇਰ ਤੈਨੂੰ ਸਭ ਕੁਝ ਮਿਲ ਜਾਊ। ਮਨ ਮਾਇਆ ਨੂੰ ਵੇਚੇਗਾ, ਕੱਖ ਨਹੀਂ ਮਿਲਣਾ। ਐਵੇਂ ਮਾੜਾ ਜਿਹਾ ਛਲਾਵਾ ਹੀ ਆਇਆ ਕਰਨਾ, ਥੋੜ੍ਹੇ ਚਿਰ ਦਾ ਸੁੱਖ। ਉਹ ਸੁੱਖ ਕਿੰਨਾ? ਖਿੰਨ ਭੰਗਰ, ਖਿੰਨ ਭੰਗਰ। ਐਵੇਂ ਥੋੜ੍ਹਾ ਜਿਹਾ ਸੁੱਖ ਮਿਲਦਾ, ਬੰਦਾ ਕਾਮਯਾਬ। ਲੈ ਜੀ ਮੈਂ ਆਹ ਚੀਜ਼ ਚਾਹੁੰਦਾ ਸੀ, ਮੈਨੂੰ ਮਿਲ ਗਈ ਆ। ਔਰ ਕਿੰਨੇ ਕੁ ਦਿਨ ਸੁੱਖ ਭੋਗਦਾ। ਉਹੀ ਦਾਤ ਦੁੱਖ ਰੂਪ ਬਣ ਜਾਂਦੀ ਹੈ, ਉਹੀ ਸੁੱਖ ਦੁੱਖ ਰੂਪ ਬਣ ਜਾਂਦਾ ਹੈ। ਫਿਰ ਵੀ ਅਸੀਂ ਮਨ ਨੂੰ ਮਾਇਆ ਦੇ ਹੱਥ ਵਿੱਚ ਵਿਕਾਇਆ ਹੋਇਆ ਹੈ। ਮਨ ਮਾਇਆ ਕੈ ਹਾਥ ਬਿਕਾਨੋ। ਇਹ ਰਹਾਉ ਦੀ ਪੰਕਤੀ 'ਚ ਕਰਕੇ ਅੱਗੇ ਕਹਿੰਦੇ ਰਹਾਉ, ਤੁਮ ਕਹੀਅਤ ਹਾਉ ਜਗਤ ਗੁਰ ਸੁਆਮੀ। ਇਹ ਤਾਂ ਗੱਲ ਪੱਕੀ ਹੈ, ਤੂੰ ਜਗਤ ਗੁਰੂ ਹੈ, ਜਗਤ ਗੁਰੂ ਹੈ, ਸੁਆਮੀ ਹੈ, ਸਾਰਿਆਂ ਦਾ ਮਾਲਕ ਹੈ। ਹਮ ਕਹੀਅਤ ਕਲ ਯੁੱਗ ਕੇ ਕਾਮੀ। ਅਸੀਂ ਕਲਯੁਗ ਦੇ ਕਾਮੀ। ਜਿੱਦਾਂ ਇਹ ਮਤਲਬ ਭਗਤ ਰਵਿਦਾਸ ਜੀ ਸਾਨੂੰ ਬੇਨਤੀ ਕਰਨ ਦਾ ਵੀ ਢੰਗ ਤਰੀਕਾ ਦੱਸਦੇ ਨੇ, ਅਤੇ ਅਸੀਂ ਕਹਿੰਦੇ ਹਾਂ ਅਸੀਂ ਆਪਣੀ ਕਮੀ ਤਾਂ ਦੱਸਦੇ ਹੀ ਨਹੀਂ। ਦੱਸੀ ਕਦੀ ਗੁਰੂ ਨੂੰ ਆਪਣੀ ਕਮੀ? ਨਹੀਂ ਦੱਸਦੇ ਜੀ। ਸੋ ਅਸੀਂ ਤਾਂ ਜਿਹੜੀ ਚੀਜ਼ ਦੀ ਲੋੜ ਹੈ ਉਹ ਮੰਗਦੇ ਹਾਂ ਵੀ ਆਹ ਚੀਜ਼ ਹੈ। ਇਹਦੀ ਕਮੀ ਕਦੀ ਕੋਈ ਜ਼ਾਹਰ ਕੀਤੀ ਹੋਵੇ ਜੀ। ਮਹਾਰਾਜ ਸੱਚੇ ਪਾਤਸ਼ਾਹ ਹਉਮੈ ਜ਼ਿਆਦੇ ਹੈ, ਮੈਂ ਕਾਮੀ ਜ਼ਿਆਦੇ ਹਾਂ, ਲੋਭੀ ਜ਼ਿਆਦੇ ਹਾਂ, ਕ੍ਰੋਧੀ ਜ਼ਿਆਦੇ ਹਾਂ। ਪਰ ਬਾਣੀ ਨੇ ਤਾਂ ਇਹ ਫੈਸਲਾ ਲੈ ਲੈਣਾ, ਇਹ ਪੰਜੇ ਹੀ ਰੋਗ ਅਸਾਧ ਜਾਮੈ ਤਾਕੀ ਕੇਤਕ ਆਸ। ਮ੍ਰਿਗ, ਮੀਨ, ਕੁੰਚਰ ਅਤੇ ਪੰਖੇਰੂ ਏਕ ਦੋਖ ਵਿਨਾਸ਼। ਇਹਨਾਂ ਵਿੱਚ ਇੱਕ ਦੋਖ ਨੇ। ਕਾਮ ਰੋਗ ਮੈਂਗਲ ਕੋ ਦੀਨਾ, ਜਿਹੜਾ ਹਉਮੈ ਦਾ ਰੋਗ ਮਨੁੱਖ ਨੂੰ ਦਿੱਤਾ। ਉਂਝ ਤਾਂ ਮਨੁੱਖ ਵਿੱਚ ਪੰਜੇ ਨੇ, ਪਰ ਇਹਨਾਂ ਦੇ ਵਿੱਚ ਇੱਕ ਇੱਕ ਰੋਗ ਨੇ। ਮਨੁੱਖ ਦੇ ਵਿੱਚ ਹਉਮੈ ਦਾ ਰੋਗ ਭਾਰੀ ਹੈ, ਪਰ ਹੈਗੇ ਪੰਜੇ ਨੇ। ਪੰਜ ਰੋਗ ਅਸਾਧ ਜਾਮੈ ਤਾਕੀ ਕੇਤਕ ਆਸ। ਇਹਦੇ ਕਿਵੇਂ ਬਚਾਇਆ ਸਦਾ? ਪੰਜੇ ਰੋਗ ਨੇ। ਸੋ ਤੂੰ ਤਾਂ ਜਗਤ ਦਾ ਸੁਆਮੀ ਹੈ, ਅਤੇ ਅਸੀਂ ਕਲਯੁੱਗ ਵਿੱਚ ਰਹਿਣੇ ਵਾਲੇ ਕਾਮਨਾ ਦੇ ਅਧੀਨ ਅਸੀਂ ਆਪਣੀ ਸਾਰੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇੱਥੇ ਕਾਮੀ ਤੋਂ ਭਾਵ ਆ ਗਿਆ ਕਾਮਨਾ ਦੇ ਅਧੀਨ। ਕਲਯੁੱਗ ਕੇ
ਕਾਮੀ। ਇਕੱਲਾ ਕਾਮ ਵਾਸ਼ਨਾ ਨਹੀਂ ਹੁਣ ਆਵੇਗਾ ਇੱਥੇ, ਮਤਲਬ ਸਾਡੀ ਹਰ ਇੱਕ ਜਗ੍ਹਾ ਕਾਮਨਾ ਹੀ ਹੈ। ਹਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਸੰਸਾਰ ਦੇ ਵਿੱਚ ਜੇ ਕਿਸੇ ਨਾਲ ਲੈਣ ਦੇਣ ਕਰਦੇ, ਤੁਹਾਡੀ ਇੱਕ ਕਾਮਨਾ ਆ। ਕਿਸੇ ਨੂੰ ਮਿੱਤਰ ਬਣਾਉਣੇ, ਫਿਰ ਵੀ ਤੁਹਾਡੇ ਅੰਦਰ ਇੱਕ ਕਾਮਨਾ ਆ। ਮਾਂ ਬਾਪ ਭੈਣ ਭਾਈ ਧੀਆਂ ਪੁੱਤਰ ਹਰ ਇੱਕ ਦੇ ਅੰਦਰ ਕਾਮਨਾ, ਜਿਹੜੇ ਆ ਹੈ ਨਾ ਸੰਬੰਧ ਬਣਾਇਆ ਹੋਇਆ, ਕਾਮਨਾ ਦੇ ਅਧੀਨ ਬਣਿਆ ਹੋਇਆ ਸੰਬੰਧ ਹੈ। ਸੋ ਕਿਸੇ ਦੀ ਕਾਮਨਾ ਨਾ ਤੁਸੀਂ ਪੂਰੀ, ਉਹਦੀ ਕਾਮਨਾ ਦੇ ਮੁਤਾਬਕ ਤੁਸੀਂ ਪੂਰੇ ਨਹੀਂ ਉਤਰਦੇ, ਸੰਬੰਧ ਟੁੱਟ ਜਾਂਦਾ। ਭਰਾ ਭਰਾ ਨਾਲ ਸੰਬੰਧ ਟੁੱਟਦਾ, ਪਿਓ ਪੁੱਤਰ ਨਾਲ ਸੰਬੰਧ ਟੁੱਟਦਾ, ਕਿਉਂਕਿ ਉਹਦੀ ਕਾਮਨਾ ਨਹੀਂ ਪੂਰੀ ਹੋਈ। ਪਤੀ ਪਤਨੀ ਦਾ ਸੰਬੰਧ ਟੁੱਟਦਾ, ਧੀਆਂ ਪੁੱਤਰਾਂ ਦਾ ਸੰਬੰਧ ਟੁੱਟਦਾ। ਕਿਉਂ ਨਹੀਂ ਟੁੱਟਦਾ? ਕਿਉਂਕਿ ਕਾਮਨਾ ਦੇ ਅਧੀਨ ਸਾਡਾ ਜੀਵਨ ਹੈ। ਅਸੀਂ ਤਾਂ ਗੁਰੂ ਦੇ ਨਾਲ ਵੀ ਜਿਹੜਾ ਸੰਬੰਧ ਬਣਾਇਆ, ਕਾਮਨਾ ਦੇ ਅਧੀਨ ਬਣਾ ਲਿਆ। ਗੁਰੂ ਦੇ ਨਾਲ ਵੀ ਸਾਡਾ ਸੰਬੰਧ ਜਿਹੜਾ ਜੇ ਤਾਂ ਹੁੰਦਾ ਪ੍ਰੇਮ ਦਾ, ਫਿਰ ਤਾਂ ਭਾਈ ਚਾਹੇ ਆਰਾ ਚੱਲੇ, ਚਾਹੇ ਬੰਦ ਬੰਦ ਕੱਟ ਹੋਵੇ, ਚਾਹੇ ਖੋਪੜੀਆਂ ਲਿਥਣ, ਜਾਂ ਜੋ ਮਰਜ਼ੀ ਹੋਵੇ, ਸੰਬੰਧ ਨਹੀਂ ਟੁੱਟਦਾ। ਜੇ ਕਾਮਨਾ ਦੇ ਅਧੀਨ ਸੰਬੰਧ ਹੈ, 1 ਸੈਕਿੰਡ ਲੱਗਦਾ, 1 ਸੈਕਿੰਡ ਦੇ ਵਿੱਚ ਸੰਬੰਧ ਤੋੜ ਲੈਂਦਾ ਗੁਰੂ ਦੇ ਨਾਲ। ਤੋੜਿਆ ਨਹੀਂ ਕਿ 10ਵੇਂ ਪਾਤਸ਼ਾਹ ਜੀ ਦੇ ਵੇਲੇ ਦੁਨੀ ਚੰਦ ਨੇ ਸੰਬੰਧ ਤੋੜਿਆ। ਜਦੋਂ 40 ਸਿੰਘ ਬਦਾਵਾ ਲਿਖ ਕੇ ਜਾਂਦੇ, ਸੰਬੰਧ ਤੋੜਦੇ ਨੇ। ਉਹ ਜਦ ਕਾਮਨਾ ਜਿੱਥੇ ਆ ਜਾਂਦੀ, ਉੱਥੇ ਸੰਬੰਧ ਟੁੱਟਦਾ ਆ। ਉੱਥੇ ਸੰਬੰਧ ਦੇ ਵਿੱਚ ਤਰੇੜ ਆ ਜਾਂਦੀ, ਜਿੱਥੇ ਕਾਮਨਾ ਹੁੰਦੀ ਹੈ। ਜਿੱਥੇ ਪਿਆਰ ਆ ਉੱਥੇ ਕਾਮਨਾ ਨਹੀਂ, ਜਿੱਥੇ ਕਾਮਨਾ ਉੱਥੇ ਪਿਆਰ ਨਹੀਂ, ਉੱਥੇ ਪਿਆਰ। ਸੋ ਠੀਕ ਹੈ, ਪਿਆਰ ਜਦੋਂ ਹੁੰਦਾ ਹੈ ਅਤੇ ਕਾਮਨਾਵਾਂ ਤਾਂ ਆਪਣੇ ਆਪ ਹੀ ਪੂਰੀਆਂ ਹੁੰਦੀਆਂ ਰਹਿੰਦੀਆਂ। ਜਿਹਦੇ ਨਾਲ ਪਿਆਰ ਪਾਇਆ ਉਹ ਤਾਂ ਮਾਲਕ ਹੈ, ਉਹ ਤਾਂ ਦਾਤਾਂ ਦੇਣੇ ਵਾਲਾ ਮਾਲਕ ਹੈ। ਉਹਨੂੰ ਤਾਂ ਕਹਿਣਾ ਵੀ ਨਹੀਂ ਪੈਂਦਾ। ਦਰਖਤ ਦੇ ਥੱਲੇ ਚੱਲਦੇ, ਦਰਖਤ ਨੂੰ ਕਹਿਣਾ ਨਹੀਂ ਪੈਂਦਾ ਮੈਨੂੰ ਛਾਂ ਦੇ, ਕਹਿਣਾ ਪੈਂਦਾ ਨਾ ਪਏ, ਉਹਦਾ ਸੁਭਾਅ ਉਹ ਦਿੰਦਾ। ਇੱਦਾਂ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਈਦਾ, ਕਹਿੰਦੇ ਤੋ ਮੈਂ ਆਇਆ ਸ਼ਰਣੀ ਆਇਆ, ਭਰੋਸੇ ਆਇਆ, ਕਿਰਪਾ ਆਇਆ, ਹੈ ਨਾ। ਵੀ ਜਦੋਂ ਤੇਰੀ ਸ਼ਰਨ ਵਿੱਚ ਆ ਗਿਆ ਤੇ ਗੁਰੂ ਕੋਲੋਂ ਕੁਝ ਮੰਗਣਾ ਨਹੀਂ ਪੈਂਦਾ, ਅਤੇ ਗੁਰੂ ਆਪ ਹੀ ਸਾਰਾ ਕੁਝ ਦੇ ਦਿੰਦਾ। ਦੇਖਦਾ ਵੀ ਸ਼ਰਣੀ ਕਿਉਂ ਹੈ, ਨਹੀਂ ਕਿਹੜੀ ਕਿਹੜੀ ਚੀਜ਼ ਦੀ ਲੋੜ ਹੈ, ਬਖਸ਼ਦਾ। ਜੇ ਸ਼ਰਣੀ ਆਇਆ, ਕਾਮਨਾ ਦੇ ਅਧੀਨ ਆਇਆ, ਉੱਥੇ ਗੁਰੂ ਥੋੜ੍ਹੀ ਅੱਗੇ ਹੋਇਆ, ਉੱਥੇ ਤਾਂ ਕਾਮਨਾ ਅੱਗੇ ਆ। ਉੱਥੇ ਦਾ ਤਾਂ ਮਤਲਬ ਹੋ ਗਿਆ, ਕਾਮਨਾ ਹੋ ਗਈ। ਕਾਮਨਾ ਵੀ ਝੂਠੀ, ਜੇ ਚਲੋ ਕਾਮਨਾ ਹੋਵੇ ਸੱਚੀ, ਕਾਮਨਾ ਹੋਵੇ ਬੰਦਗੀ ਦੀ, ਕਾਮਨਾ ਹੋਵੇ ਵੀ ਮਹਾਰਾਜ ਸੱਚੇ ਪਾਤਸ਼ਾਹ ਸੋ ਮੇਰੀਆਂ ਕਾਮਨਾਵਾਂ ਨਹੀਂ ਖਹਿੜਾ ਛੱਡਦੀਆਂ, ਮੈਨੂੰ ਇਹਨਾਂ ਨੇ ਮਾਰ ਲਿਆ, ਅਤੇ ਉਹਦੀ ਗੱਲ ਕੁਝ ਹੋਰ ਹੈ। ਜੇ ਹੁਣ ਸੰਸਾਰਕ ਲੋੜਾਂ ਦੀ ਕਾਮਨਾਵਾਂ ਦੇ ਅਧੀਨ ਆਇਆ, ਅਤੇ ਫਿਰ ਵੀ ਜਿਹਾ ਆਇਆ ਜਿਹਾ ਨਾ ਆਇਆ। ਇਹ ਤਾਂ ਕਿਉਂਕਿ ਆਤਮਿਕ ਅਵਸਥਾ ਤਾਂ ਨਹੀਂ, ਗਤੀ ਤਾਂ ਨਹੀਂ ਹੁੰਦੀ। ਮਹਾਰਾਜ ਕਹਿੰਦੇ ਹਮੰਦਲੇ ਗਿਆਨਹੀਨ ਗਿਆਨੀ ਕਿਉਂ ਚਾਲੇ ਗੁਰੂ ਚਾਲੀ। ਗੁਰੂ ਦੇ ਕੋਲ ਆ ਕੇ ਵੀ ਇਹਨੇ, ਅਤੇ ਗੁਰੂ ਦੀ ਜਿਹੜੀ ਚਾਲੀ ਹੈ, ਗੁਰੂ ਨੇ ਜੋ ਸਾਨੂੰ ਚਾਲੀ ਚਲਾਉਣਾ ਸੀ, ਜੋ ਸਾਡੀ ਅਵਸਥਾ ਬਣਾਉਣੀ ਸੀ, ਉਹ ਤਾਂ ਬਣੀ ਨਹੀਂ। ਕਿਉਂ ਚਲਾਵੇ? ਅਵਸਥਾ ਚਾਲੀ, ਅਵਸਥਾ ਜੋ ਗਤੀ ਹੈ, ਅੰਦਰਲੀ ਗਤੀ ਤਾਂ ਹੁੰਦੀ ਹੀ ਨਹੀਂ, ਪਿੰਗਲੇ ਦੇ ਪਿੰਗਲੇ ਹੀ ਰਹਿ ਗਏ। ਕਿਉਂ? ਕਿਉਂਕਿ ਕਾਮਨਾਵਾਂ ਦੇ ਅਧੀਨ ਹੋ ਗਏ, ਕਾਮਨਾਵਾਂ ਦੇ। ਹਮ ਕਹੀਅਤ ਕਲਯੁਗ ਕੇ ਕਾਮੀ, ਇਨ ਪੰਚਨ ਮੇਰੋ ਮਨ ਜੋ ਬਿਗਾਰਿਓ। ਪੰਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਆ ਗਈ ਇਹਨਾਂ ਗੱਲ 'ਤੇ। ਮਨ ਜਿਹੜਾ ਆ ਜੀ, ਇਹਨਾਂ ਦੇ ਹੱਥ ਵਿਕ ਗਿਆ ਨਾ, ਮਾਇਆ ਦੇ ਹੱਥ ਦੇ ਵਿੱਚ, ਅਤੇ ਮਾਇਆ ਦੇ 5 ਪੁੱਤਰ ਨੇ। ਕਬੀਰ ਸਾਹਿਬ ਕਹਿੰਦੇ ਨਾ, ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ, ਪੰਚੋ ਲੜਕੇ ਜਾਰ ਕੇ ਰਹੇ ਰਾਮ ਲਿਵ ਲਾਗ। ਇਹ ਮਾਇਆ ਦੇ ਪੁੱਤਰ ਨੇ 5। ਸੋ ਜਿੰਨਾ ਚਿਕਰ ਬ੍ਰਹਮ ਅਗਨ ਦੇ ਨਾਲੇ ਸੜਦੇ ਨੇ, ਜਦੋਂ ਬ੍ਰਹਮ ਅਗਨ ਹੁੰਦੀ ਨਾ, ਇਹਦੇ ਨੇੜੇ ਹੀ ਨਹੀਂ ਆਉਂਦੇ। ਜਦੋਂ ਬ੍ਰਹਮ ਅਗਨ ਦਾ ਪ੍ਰਕਾਸ਼ ਹੋ ਜਾਂਦਾ, ਇਹ ਭੱਜਦੇ ਨੇ, ਇਹਨਾਂ ਨੂੰ ਐਸਾ ਸੇਕ ਪੈਂਦਾ ਫਿਰ ਬ੍ਰਹਮ ਅਗਨ ਦਾ। ਬ੍ਰਹਮ ਅਗਨ ਹੈ ਕੀ? ਜਪ ਤਪ। ਜਦੋਂ ਇਹ ਜਪ ਤਪ ਕਰਦਾ, ਉਹ ਬ੍ਰਹਮ ਅਗਨ ਹੈ ਇਹਦੇ ਅੰਦਰ। ਫਿਰ ਬ੍ਰਹਮ ਅਗਨ ਪ੍ਰਚੰਡ ਹੁੰਦੀ ਹੈ। ਅਗਨ ਤਾਂ ਸਾਰਿਆਂ ਦੇ ਅੰਦਰ, ਜਪ ਤਪ ਤਾਂ ਸਾਰਿਆਂ ਦੇ ਅੰਦਰ। ਕਿਸੇ ਦੇ ਅੰਦਰ ਅਗਨ ਪ੍ਰਚੰਡ ਹੋ ਜਾਂਦੀ, ਕਿਸੇ ਦਿਨ ਨਹੀਂ ਹੁੰਦੀ। ਆਹ ਲੋੜਾਂ ਲਈ ਜਪ ਤਪ ਕਰਦੇ ਕਿ ਨਹੀਂ ਕਰਦੇ? ਇਹਨੂੰ ਵਧਾ ਲਓ, ਇਹਨੂੰ ਵਧਾ ਲਓ। ਕਹਿੰਦੇ ਜੋ ਸੁਖ ਮੈਂ ਸਿਮਰਨ ਕਰੇ, ਦੁੱਖ ਕਾਹੇ ਕੋ ਹੋਏ। ਮਤਲਬ ਹੁਣ ਮੈਂ ਇਹ ਜਪ ਤਪ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ, ਹੁਣ ਮੈਂ ਬਾਣੀ ਤੋਂ ਬਿਨਾਂ ਰਹਿ ਨਹੀਂ ਸਕਦਾ। ਬਾਬਾ ਫਰੀਦ ਸਾਹਿਬ ਜੀ ਨੇ ਸ਼ੱਕਰ ਦੇ ਲਾਲਚ ਵਿੱਚ
ਬੰਦਗੀ ਕੀਤੀ। ਤੇ ਜਦੋਂ ਫਿਰ ਬੰਦਗੀ 'ਚੋਂ ਰਸ ਆਇਆ, ਕਹਿੰਦੇ ਸ਼ੱਕਰ ਖੰਡ ਨਿਵਾਤ ਗੁਣ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਧ। ਕਹਿਤਾ ਨਾ, ਸੋ ਕਾਮਨਾਵਾਂ ਦੇ ਅਧੀਨ ਹੋ ਕੇ ਜੇ ਕੀਤੀ ਬੰਦਗੀ, ਜੇ ਸੋ ਭਾਈ ਉਹ ਸ਼ਬਦ ਦੇ ਵਿੱਚੋਂ ਰਸ ਲੈ ਲੈਂਦਾ ਤੇ ਫਿਰ ਕਾਮਨਾਵਾਂ ਨੂੰ ਉਹਨੇ ਭੁੱਲ ਜਾਣਾ ਸੀਗਾ, ਫਿਰ ਕਾਮਨਾ ਨੂੰ ਭੁੱਲ ਜਾਣਾ, ਫਿਰ ਸ਼ਬਦ ਨਾਲ ਇਸ ਨੇ ਜੁੜਨਾ ਸੀ। ਪਰ ਨਹੀਂ, ਐਸਾ ਸਾਡੇ ਕੋਲ ਨਹੀਂ ਹੁੰਦਾ ਹੈ। ਇਨ ਪੰਚਨ ਮੇਰੋ ਮਨ ਜੋ ਵਿਕਾਰਿਓ, ਕਿਉਂਕਿ ਉੱਥੇ ਹੰਕਾਰ ਬੈਠਾ। ਜਦੋਂ ਪਾਠ ਕਰਦੇ ਆਪਾਂ ਜਾਂ ਸੇਵਾ ਕਰਦੇ ਕਾਮਨਾ ਦੇ ਅਧੀਨ ਹੋ ਕੇ, ਉੱਥੇ ਹੰਕਾਰ ਬੈਠਾ, ਉਹ ਨਹੀਂ ਛੱਡਦਾ। ਥੋੜ੍ਹੀ ਜਿਹੀ ਸੇਵਾ ਕਰ ਲਈ, ਹਉਮੈ ਆ ਗਈ। ਬਾਣੀ ਜ਼ਿਆਦਾ ਪੜ੍ਹ ਲਈ ਤਦ ਹਉਮੈ ਆ ਗਈ। ਕਿਸੇ ਦਾ ਪਰਉਪਕਾਰ ਕਰਤਾ ਤਾਂ ਹਉਮੈ ਆ ਗਈ। ਉੱਥੇ ਬੈਠਾ ਹੰਕਾਰ ਬੈਠਾ, ਮਨ ਨੂੰ ਵਿਗਾੜਿਆ ਹੋਇਆ। ਪਲ ਪਲ ਹਰ ਜੀਤੇ ਅੰਤਰ ਪਾਰਿਓ। ਸੋ ਜਿਹੜੇ ਪੰਜ ਨੇ ਨਾ, ਇਹਨਾਂ ਨੇ ਪਲ ਪਲ ਰੱਬ ਤੋਂ ਮੇਰੀ ਦੂਰੀ ਵਧਾਈ ਹੈ। ਮਹਾਰਾਜ ਕਹਿੰਦੇ ਕਰਮੀ ਆਪੋ ਆਪਣੀ ਕੇ ਨੇਰੇ ਕੇ ਦੂਰ। ਜੇ ਹੁਣ ਕਾਮਨਾਵਾਂ ਦੇ ਅਧੀਨ ਵਿੱਚ ਕਰਮ ਕਰਾਂਗੇ ਤੇ ਰੱਬ ਤੋਂ ਦੂਰੀ ਹੀ ਬਣਨੀ। ਸੋ ਜੇ ਕਾਮਨਾਵਾਂ ਨੂੰ ਪਾਸੇ ਰੱਖ ਕੇ ਸੋ ਹਜ਼ੂਰ ਦੀ ਹਜ਼ੂਰੀ ਵਿੱਚ ਵਿਚਰਾਂਗੇ ਤੇ ਜਿਹੜੇ ਦੂਰੀਆਂ ਕੱਟਣੀਆਂ, ਨੇੜਤਾ ਹੋਰ ਵੱਧ ਜਾਵੇਗੀ। ਮਹਾਰਾਜ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੋ ਇਹਨਾਂ ਨੇ ਮੇਰਾ ਮਨ ਵਿਗਾੜ ਕੇ ਰੱਖ ਦਿੱਤਾ ਤੇ ਹਰ ਪਲ ਹਰ ਘੜੀ ਤੇਰੇ ਨਾਲੋਂ ਮੇਰੀ ਦੂਰੀ ਵੱਧਦੀ। ਕਿਉਂ ਕਿੰਨੇ ਪਲ ਆਪਾਂ ਦਿਹਾੜੀ ਦੇ ਵਿੱਚ ਕਿੰਨੇ ਪਲ ਬਤੀਤ ਕਰਦੇ, ਕਿੰਨੀਆਂ ਘੜੀਆਂ ਬਣਦੀਆਂ, ਕਿੰਨੇ ਪਹਿਰ ਬਣਦੇ ਨੇ, ਦਿਨ ਰਾਤ ਦਿਨ ਰਾਤ। ਅਤੇ ਉਹ ਤਾਂ ਦੂਰੀ ਹੀ ਵੱਧਦੀ ਗਈ। ਜਿਉਂ ਜਿਉਂ ਉਮਰ ਵੱਧਦੀ ਗਈ ਤਿਉਂ ਤਿਉਂ ਰੱਬ ਤੋਂ ਦੂਰੀ, ਵਾਸ਼ਨਾਵਾਂ ਜ਼ਿਆਦਾ ਪ੍ਰਬਲ ਹੁੰਦੀਆਂ ਗਈਆਂ, ਵਾਸ਼ਨਾਵਾਂ ਜ਼ਿਆਦਾ ਪ੍ਰਬਲ ਹੁੰਦੀਆਂ ਗਈਆਂ, ਰੱਬ ਤੋਂ ਦੂਰੀ ਵੱਧ ਗਈ। ਪਲ ਪਲ ਹਰ ਜੀਤੇ ਅੰਤਰ ਪਾਰਿਓ, ਜਤ ਦੇਖੋ ਤਤ ਦੁੱਖ ਕੀ ਰਾਸ਼ੀ। ਇਹਦਾ ਜਿਨ੍ਹਾਂ ਨੂੰ ਹੁਣ ਅੱਖ ਦਿੱਤੀ ਰੱਬ ਨੇ, ਉਹ ਇਹ ਗੱਲ ਕਹਿਣਗੇ ਵੀ ਮੈਨੂੰ ਤਾਂ ਜਿੱਧਰ ਵੀ ਮੈਂ ਨਿਗਾਹ ਭਰ ਕੇ ਵੇਖਦਾ ਦੁੱਖ ਦੀ ਹੀ ਪੂੰਜੀ ਨਜ਼ਰ ਆ ਰਹੀ ਹੈ, ਦੁੱਖ ਦਾ ਹੀ ਸਰਮਾਇਆ ਦਿਸਦਾ ਪਿਆ। ਲੋਕ ਦੁੱਖ ਆਪ ਇਕੱਠਾ ਕਰਦੇ ਨੇ, ਦੁੱਖ ਦੀ ਪੂੰਜੀ ਆਪ ਜੋੜਦੇ ਨੇ। ਜਦੋਂ ਦੁੱਖ ਸਹਿ ਨਹੀਂ ਹੁੰਦਾ ਨਾ ਤੇ ਫਿਰ ਗੁਰੂਆਂ ਪੀਰਾਂ ਸੰਤਾਂ ਭਗਤਾਂ ਫਕੀਰਾਂ ਦੇ ਕੋਲ ਫਿਰ ਭੱਜਦੇ ਨੇ। ਫਿਰ ਜਾਂ ਫਿਰ ਜੇ ਨਹੀਂ ਭੱਜਦੇ ਉੱਧਰ ਨੂੰ ਤਾਂ ਫਿਰ ਦੋਸ਼ ਦਿੰਦੇ ਨੇ, ਲੜਾਈ ਝਗੜਾ ਕਰਦੇ ਨੇ। ਸੁੱਖ ਵੇਲਾ ਕਿਉਂ ਨਹੀਂ ਲੜਾਈ ਝਗੜਾ ਕਰਦੇ? ਸੁੱਖ ਵੇਲਾ ਨਹੀਂ ਕਰਦੇ, ਜਦੋਂ ਦੁੱਖ ਆਉਂਦਾ ਨਾ ਉਦੋਂ ਲੜਾਈ ਝਗੜਾ ਕਰਦੇ ਨੇ। ਫਿਰ ਜਿਹੜਾ ਜੀਵਨ ਆ ਸਾਰਾ ਨਰਕਾਂ ਵਾਲਾ ਬਣ ਜਾਂਦਾ। ਜਦੋਂ ਕਲਾ ਕਲੇਸ਼, ਨਰਕ ਕੀ ਹੈ? ਕਲਾ ਕਲੇਸ਼, ਇਹਨੂੰ ਨਰਕ ਕਹਿ ਦਿੱਤਾ। ਪਾਤਸ਼ਾਹ ਇੱਥੇ ਕਹਿੰਦੇ ਨੇ ਭਗਤ ਰਵਿਦਾਸ ਜੀ, ਕਹਿੰਦੇ ਮੈਂ ਤਾਂ ਜਿੱਧਰ ਵੇਖਦਾ ਸਾਰੇ ਪਾਸੇ ਦੁੱਖ ਹੀ ਦੁੱਖ, ਦੁੱਖ ਦੀ ਹੀ ਪੂੰਜੀ ਦਿਸਦੀ ਹੈ। ਲੋਕ ਜਿਹੜੇ ਕਿ ਨਾਮ ਇਕੱਠਾ ਕਰਨ ਵਾਸਤੇ ਨਾਮ ਦੇ ਵਪਾਰੀ ਬਣਾ ਕੇ ਅਕਾਲ ਪੁਰਖ ਨੇ ਭੇਜੇ ਸੀ, ਇਹ ਭਾਈ ਮਾਇਆ ਦੇ ਵਪਾਰੀ ਬਣ ਕੇ ਮਾਇਆ ਦੀ ਪੂੰਜੀ ਇਕੱਠੀ ਕਰਦੇ ਨੇ। ਭਾਵ ਦੁੱਖ ਦੀ ਰਾਸ, ਮਾਇਆ ਨੂੰ, ਮਾਇਆ ਦੀ ਪੂੰਜੀ ਨੂੰ ਦੁੱਖ ਦੀ ਰਾਸ ਕਹਿ ਦਿੱਤਾ। ਦੁੱਖ ਦੀ ਰਾਸ ਇਕੱਠੀ ਕਰਦੇ ਪਏ ਨੇ। ਅਜਾਨਾ ਪਤਿਆਏ ਨਿਗਮ ਭੈ ਸਾਖੀ। ਹੁਣ ਨਿਗਮ ਭੈ ਸਾਖੀ, ਹਾਲਾਂਕਿ ਜਿਹੜੇ ਵੇਦ ਨੇ ਨਾ, ਨਿਗਮ ਵੇਦਾਂ ਨੂੰ ਕਿਹਾ ਜਾਂਦਾ ਹੈ। ਸੋ ਬੜੇ ਪੁਰਾਤਨ ਨੇ, ਇਹਨਾਂ ਵਿੱਚੋਂ ਸਿੱਖਿਆ ਵੀ ਲਈ ਜਾਂਦੇ ਨੇ। ਹੁਣ ਰਾਵਣ ਲੈ ਲਓ, ਰਾਵਣ ਨੇ 4 ਵੇਦ ਪੜ੍ਹੇ ਅਤੇ ਇਤਿਹਾਸ ਤਾਂ ਕਹਿੰਦਾ 4 ਵੇਦ ਉਸਨੂੰ ਕੰਠ ਸੀ। ਉਹ ਵੇਦਾਂ ਦੇ ਵਿੱਚੋਂ ਸਿੱਖਿਆ ਲੈਣੇ ਵਾਲਾ ਵੀ ਸੋ ਇੱਕ ਐਸੇ ਮੋੜ 'ਤੇ ਆ ਜਦੋਂ ਤੱਕ ਵੱਡੀ ਗਲਤੀ ਹੋ ਗਈ ਨਾ। ਸੋ ਨਿਗਮ ਭੈ ਸਾਖੀ, ਵੇਦਾਂ ਨੂੰ ਪੜ੍ਹਨੇ ਵਾਲੇ, ਵੇਦਾਂ ਦੀ ਸਿੱਖਿਆ ਦੇਣੇ ਵਾਲੇ, ਵੇਦਾਂ ਤੋਂ ਸਿੱਖਿਆ ਲੈਣੇ ਵਾਲੇ, ਉਹਨਾਂ ਦੀ ਗੱਲ ਕਰਦੇ ਨੇ। ਕਹਿੰਦੇ ਅਜੋ ਨਾ ਪਤੀ ਆਏ, ਅਜੇ ਤਾਈਂ ਇਹ ਭਤੀਜੇ ਨਹੀਂ। ਹਾਲਾਂਕਿ ਸੋ ਵੇਦ ਪੜ੍ਹਦੇ ਨੇ, ਵੇਦ ਸੁਣਦੇ ਨੇ, ਵੇਦ ਸੁਣਾਉਂਦੇ ਨੇ, ਨਹੀਂ ਭਤੀਜੇ। ਮਨ ਨਹੀਂ ਰੱਜਿਆ। ਜਾਂ ਵੇਦ ਜਿਹੜੇ ਰੱਬ ਦੇ ਬਾਰੇ ਗੱਲ ਕਰਦੇ ਨੇ ਅਤੇ ਰੱਬ ਦੇ ਸੰਬੰਧ ਵਿੱਚ ਨਹੀਂ ਭਤੀਜਿਆ ਮਨ। ਵੇਦ ਗੱਲ ਕਰਦੇ ਨੇ ਹਾਂ ਵੀ ਸੰਸਾਰ ਦੇ ਵਿੱਚ ਆਹ ਅਵਸਥਾ ਜਿਹੜੀਆਂ ਦੁੱਖ ਦਿੰਦੀਆਂ, ਮਨ ਨਹੀਂ ਭਤੀਜਿਆ। ਮਨ ਫਿਰ ਉੱਧਰ ਨੂੰ ਭੱਜਦਾ ਪਿਆ।
ਸਾਡੇ ਵਾਸਤੇ ਵੇਦ ਹੈ ਗੁਰਬਾਣੀ। ਮਹਾਰਾਜ ਕਹਿੰਦੇ ਗੁਰਮੁਖ ਨਾਦੰ ਗੁਰਮੁਖ ਵੇਦੰ। ਸਾਡਾ ਤਾਂ ਵੇਦ ਵੀ ਗੁਰਬਾਣੀ, ਅੱਖਰੀ ਗਿਆਨ ਜੋ ਗਿਆਨ ਹੈ ਨਾ ਬਾਣੀ, ਇਹਦੇ ਵਿੱਚ ਜੋ ਸਾਨੂੰ ਉਪਦੇਸ਼ ਮਿਲਦਾ ਨਾਦ, ਸੋ ਸਾਡਾ ਗੁਰਬਾਣੀ ਨਾਦ, ਗੁਰਬਾਣੀ ਵੇਦ ਹੈ। ਗੁਰਮੁਖ ਨਾਦੰ ਗੁਰਮੁਖ ਵੇਦੰ। ਬਾਣੀ ਬ੍ਰਹਮਾ ਵੇਦ। ਹੁਣ ਬਾਣੀ ਜਿਹੜੀ ਹੈ ਬ੍ਰਹਮਾ ਦੇ ਵੇਦ ਉਚਾਰਨ ਕੀਤੇ, ਸਾਡੀ ਤਾਂ ਗੁਰਬਾਣੀ ਵੇਦ ਹੈ। ਹੁਣ ਨਿਗਮ ਭੈ ਸਾਖੀ, ਗੁਰਬਾਣੀ ਦੀ ਸਿੱਖਿਆ ਨੂੰ ਪੜ੍ਹਨੇ ਵਾਲੇ, ਸਿੱਖਿਆ ਨੂੰ ਪੜ੍ਹਾਉਣੇ ਵਾਲੇ ਸਮਝਦੇ ਹੋਏ ਵੀ ਉਹ ਫਿਰ ਅਜੂ ਨਾ ਪਤੀ ਆਏ, ਨਹੀਂ ਰੱਜੇ। ਤ੍ਰਿਸ਼ਨਾ ਜਿਹੜੀ ਉਹਨਾਂ ਦੀ ਵਧੀ ਹੋਈ ਹੈ। ਦੂਸਰਿਆਂ ਨੂੰ ਮਾਰਗ ਦਿਖਾਉਣੇ ਵਾਲੇ ਆਪ ਪੁੱਠੇ ਮਾਰਗ 'ਤੇ ਚੱਲ ਰਹੇ ਨੇ। ਹਾਂਜੀ, ਹਾਥ ਦੀਪਕ ਕੂਐ ਪੜਿਆ, ਹੱਥ ਵਿੱਚ ਆਪ ਦਾ ਦੀਵਾ ਫੜਿਆ। ਨਿਗਮ ਭੈ ਸਾਖੀ, ਆਪਣੇ ਕੋਲ ਵੇਦ ਨੇ, ਆਪਣੇ ਕੋਲ ਗੁਰਬਾਣੀ ਦਾ ਗਿਆਨ ਹੈ, ਆਪਣੇ ਕੋਲ ਗਿਆਨੀਆਂ ਦੀ ਗੱਲ ਆ ਗਈ ਨਾ, ਜਿਹੜੇ ਜਿਨ੍ਹਾਂ ਨੂੰ ਗੁਰਬਾਣੀ ਦੀ ਸੋਝੀ, ਹੱਥ ਵਿੱਚ ਦੀਵਾ ਫੜਿਆ ਹੋਇਆ, ਪਰ ਅਜੂ ਨਾ ਪਤੀ ਆਏ। ਆਪ ਪਤਾ ਹੀ ਨਹੀਂ ਕਿੱਧਰ ਜਾਣਾ, ਆਪ ਖੜੇ ਨੇ, ਆਪ ਤੁਰਦੇ ਨਹੀਂ ਪਏ, ਦੂਸਰਿਆਂ ਨੂੰ ਤੁਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਦੂਸਰਿਆਂ ਨੂੰ ਕਹਿੰਦੇ ਚਲੋ ਚਲੋ ਬਈ ਬਾਣੀ ਪੜ੍ਹਿਆ ਕਰੋ, ਸਿਮਰਨ ਕਰਿਆ ਕਰੋ, ਸੇਵਾ ਕਰਿਆ ਕਰੋ, ਆਪਣੇ ਪੱਲੇ ਕੁਝ ਵੀ ਹੈ ਨਹੀਂ ਗਾ। ਅਜੂ ਨਾ ਪਤੀ ਆਏ। ਬਾਣੀ ਕਹਿੰਦੀ ਹੈ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਿਹੇ ਉਪਕਾਰ, ਬਾਣੀ ਕਹਿੰਦੀ ਹੈ। ਸੋ ਪੜ੍ਹਦਾ ਵੀ ਹੈ, ਸੁਣਦਾ ਵੀ ਹੈ, ਅਤੇ ਘਟ ਘਟ ਵਿੱਚ ਰੱਬ ਹੈ, ਇਹਦੇ 'ਤੇ ਨਹੀਂ ਭਤੀਜਦਾ ਪਿਆ। ਤਦੇ ਬੁਰਾ ਭਲਾ ਬੋਲਦਾ, ਬੈਰ ਵਿਰੋਧ ਕਰਦਾ, ਹੈ ਨਾ, ਆਪਣੇ ਆਪ ਨੂੰ ਦੀਰਘ ਮੰਨਦਾ, ਵੱਡਾ ਮੰਨਦਾ, ਦੂਸਰਿਆਂ ਨੂੰ ਲਗ ਮਾਤ ਮੰਨਦਾ, ਦੂਸਰਿਆਂ ਨੂੰ ਲਗਾ ਮਾਤਰਾ ਮੰਨਦਾ, ਛੋਟੇ ਮੰਨਦਾ। ਉਹ ਬਾਣੀ ਤੂੰ ਪੜ੍ਹਦਾ ਨਿਗਮ ਭੈ ਸਾਖੀ, ਬਾਣੀ ਤਾਂ ਕਹਿੰਦੀ ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗ ਹਮਕੋ ਬਣਿਆ ਈ। ਬਾਣੀ ਤਾਂ ਕਹਿੰਦੀ ਆ ਭਾਈ ਸੋ ਸਭ ਉਸ ਦੇ ਬਣਾਏ, ਸਾਰਿਆਂ ਦੇ ਵਿੱਚ ਬ੍ਰਹਮ ਦੀ ਜੋਤ ਹੈ, ਤੂੰ ਆਪਣੇ ਆਪ ਨੂੰ ਕਿਉਂ ਵੱਡਾ ਮੰਨ ਕੇ ਬੈਠਾ ਹੋਇਆ। ਸੋ ਜੇ ਬਾਣੀ ਨੂੰ ਤੂੰ ਮੰਨਦਾ ਹੁੰਦਾ ਤੇ ਬਾਣੀ ਤਾਂ ਦਾਸ ਬਣਾਉਂਦੀ ਹੈ, ਬਾਣੀ ਤਾਂ ਨੀਵਾਂ ਰਹਿਣਾ ਸਿਖਾਉਂਦੀ ਹੈ। ਬਾਣੀ ਤਾਂ ਕਹਿੰਦੀ ਇੱਦਾਂ ਕਹਿ ਕਰ ਆਪੂ ਬੋਲਣਾ ਜਾਣਦਾ, ਤੂੰ ਕਹਿੰਦਾ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ ਹੈ। ਬਾਣੀ ਕਹਿੰਦੀ ਕਿਆ ਕਰ ਮੈਰੀ ਮੱਤ ਥੋੜ੍ਹੀ ਰਾਮ, ਤੂੰ ਕਹਿੰਦਾ ਮੇਰੀ ਮੱਤ ਹੀ ਬੜੀ ਵੱਡੀ ਹੈ। ਮਤਲਬ ਤੂੰ ਗੱਲ ਮੰਨਣੀ ਨਹੀਂ ਬਾਣੀ ਦੀ। ਉਹਨੂੰ ਕਹਿੰਦਾ ਮੈਂ ਮਹਾਰਾਜ ਦਾ ਸਿੱਖ ਹੈ, ਮੇਰੇ ਵਗੈਰਾ ਸਿੱਖ ਹੀ ਕੋਈ ਨਹੀਂ। ਅਜੂ ਨਾ ਪਤਿਆਏ, ਨਿਗਮ ਸਾਖੀ ਹੈ, ਬਾਣੀ ਸਿੱਖਿਆ ਦੇ ਰਹੀ ਹੈ, ਪਰ ਇਹ ਨਹੀਂ ਭਤੀਜਦਾ ਪਿਆ। ਬਾਣੀ ਕਹਿੰਦੀ ਹੈ ਗੁਰੂ ਪਰਮਾਤਮਾ ਪਰਮੇਸ਼ਰ ਅੰਗ ਸੰਗ ਹੈ, ਹਾਜ਼ਰ ਨਾਜ਼ਰ ਹੈ, ਸਭ ਕੁਝ ਸੁਣਦਾ, ਸਭ ਕੁਝ ਦੇਖਦਾ, ਫੇਰ ਤੂੰ ਮਾੜੇ ਕਰਮ ਕਰਦਾ ਪਿਆ, ਫੇਰ ਤੂੰ ਮਾੜੇ ਕਰਮ ਕਰਦਾ ਪਿਆ। ਤਾਂ ਤੈਨੂੰ ਭਰੋਸਾ ਹੀ ਨਹੀਂ ਹੈ ਵੀ ਹਰ ਇੱਕ ਜਗ੍ਹਾ ਦੇ ਉੱਤੇ ਪਰਮਾਤਮਾ ਪਰਮੇਸ਼ਰ ਉਹ ਮੌਜੂਦ ਹੈ, ਕਿਤੇ ਗੁਪਤ ਹੈ, ਕਿਤੇ ਪ੍ਰਗਟ ਹੈ। ਗੁਪਤ ਰੂਪ ਦੇ ਵਿੱਚ ਸਾਰੇ ਪਾਸੇ ਮੌਜੂਦ ਹੈ। ਹੁਣ ਪ੍ਰਗਟ ਕਿਹਦੇ ਹੁੰਦਾ? ਪ੍ਰਗਟ ਬਿਰਲਿਆਂ ਦੇ ਹੁੰਦਾ ਵੇ, ਕਿਸੇ ਕਿਸੇ ਦੇ ਜਿੱਤੇ ਕਿਰਪਾ ਹੋ ਜਾਂਦੀ ਉਹਦੇ ਅੰਦਰੋਂ ਪ੍ਰਗਟ ਹੋ ਜਾਂਦਾ। ਕਹਿੰਦੇ ਗੋਤਮ ਨਾਰੂ ਮਾਪਤ ਸੁਆਮੀ, ਇਹ ਵੱਡਿਆਂ ਵੱਡਿਆਂ ਦੀ ਗੱਲ। ਹੁਣ ਜਦੋਂ ਭਗਤ ਜੀ ਨੇ ਗੱਲ ਕਰਤੀ ਨਾ ਵੀ ਹਮ ਕਹੀਏ ਕਲਯੁਗ ਕੇ ਕੰਮ ਹੀ, ਵੀ ਇੱਥੇ ਕਲਯੁਗ ਦੇ ਵਿੱਚ ਜਾਂ ਇਸ ਸੰਸਾਰ ਦੇ ਵਿੱਚ ਕਾਮਨਾਵਾਂ ਦੇ ਅਧੀਨ ਨੇ ਸਾਰੇ, ਵਾਸ਼ਨਾਵਾਂ ਦੇ ਅਧੀਨ ਨੇ ਸਾਰੇ। ਹੁਣ ਇਹਦੇ ਵਿੱਚ ਵੱਡਿਆਂ ਵੱਡਿਆਂ ਦੀ ਗੱਲ ਕੀਤੀ, ਪੁਰਾਤਨ ਇਤਿਹਾਸਿਕ ਘਟਨਾਵਾਂ ਦਾ ਜ਼ਿਕਰ ਜੋ ਪੁਰਾਤਨ ਗ੍ਰੰਥਾਂ ਦੇ ਵਿੱਚ ਜ਼ਿਕਰ ਆਉਂਦਾ। ਗੌਤਮ ਬੜਾ ਵੱਡਾ ਰਿਸ਼ੀ ਹੋਇਆ, ਗੌਤਮ ਰਿਸ਼ੀ ਬੜਾ ਵੱਡਾ ਵਿਦਵਾਨ ਸੀ। ਉਹਦੀ ਇਸਤਰੀ ਜਿਹਦਾ ਨਾਂ ਅਹਿਲਿਆ ਸੀ, ਹਾਂਜੀ। ਸੋ ਉੱਥੇ ਉਹਨਾਂ ਦੇ ਉੱਤੇ ਭਾਵੀ ਬੀਤੀ। ਸੋ ਕੀ ਹੋਇਆ, ਕੀ ਬਣਿਆ, ਸਾਰੀ ਸਾਖੀ ਜੋ ਜਿਵੇਂ ਆਪਾਂ ਸਰਵਣ ਕਰਦੇ ਹਾਂ, ਪੜ੍ਹੀ ਵੀ ਹੈ। ਸੋ ਪੁਰਾਤਨ ਇਤਿਹਾਸ ਦੇ ਵਿੱਚ ਜੋ ਲਿਖਿਆ ਹੋਇਆ ਵੀ ਗੌਤਮ ਦੀ ਨਾਰ ਦੇ ਨਾਲ ਕੀ ਹੋਇਆ ਸੀ, ਅਹਿਲਿਆ ਦੇ ਨਾਲ ਕੀ ਹੋਇਆ ਸੀਗਾ। ਕੌਣ ਸੀ ਉਸਦੇ ਸੱਤ ਨੂੰ ਤੋੜਨੇ ਵਾਲਾ? ਇੰਦਰ ਨੇ ਸੱਤ ਨੂੰ ਤੋੜਿਆ, ਅਤੇ ਉਹਦਾ ਫਿਰ ਅਹਿਲਿਆ ਦਾ ਕੀ ਹਾਲ ਹੋਇਆ, ਫਿਰ ਇੰਦਰ ਦਾ ਕੀ ਹਾਲ ਹੋਇਆ। ਸੋ ਆਖਿਰਕਾਰ ਇਹ ਵਿਕਾਰਾਂ ਨੇ ਪਰੇਸ਼ਾਨ ਕੀਤਾ। ਇਹ ਰਿਸ਼ੀਆਂ ਮੁਨੀਆਂ ਦੇਵਤਿਆਂ ਦੀਆਂ ਗੱਲਾਂ ਨੇ, ਜਿਹੜੇ ਦੇਵਤੇ ਜਿਨ੍ਹਾਂ ਦੀ ਜਗ ਪੂਜਾ ਕਰਦਾ। ਉਮਾਪਤ ਸੁਆਮੀ, ਉਮਾ ਪਾਰਵਤੀ ਨੂੰ ਕਹਿ ਦਿੱਤਾ। ਉਮਾਪਤ ਹੁੰਦਾ ਪਾਰਵਤੀ ਦਾ ਪਤੀ, ਪਾਰਵਤੀ ਦਾ ਪਤੀ ਸੁਆਮੀ, ਜਿਹੜਾ ਸਾਰਿਆਂ ਦਾ ਸੁਆਮੀ। ਸ਼ਿਵ ਜੀ, ਸ਼ਿਵ ਜੀ ਸੁਆਮੀ ਭਾਵੇਂ ਮੌਤ ਦਾ ਦੇਵਤਾ ਆ।
ਮੌਤ ਦਾ ਦੇਵਤਾ, ਜਿਹਨੂੰ ਚਾਹੇ ਖਤਮ ਕਰ ਸਕਦਾ, ਮਾਰ ਸਕਦਾ ਹੈ। ਪਰ ਸ਼ੀਸ਼ ਧਰਨ ਸਹਿਸ ਭਗਗਾਮੀ, ਇਹਦੇ ਵੀ ਸਿਰ ਨੂੰ, ਸਿਰ ਚਿੰਬੜ ਗਿਆ ਸੀ, ਖੋਪੜੀ ਚਿੰਬੜ ਗਈ ਸੀ। ਕਿਹਦੀ? ਬ੍ਰਹਮੇ ਦੀ। ਬ੍ਰਹਮੇ ਦਾ 5ਵਾਂ ਸਿਰ ਕੱਟਣੇ ਵਾਲਾ ਸ਼ਿਵ ਜੀ ਸੀ ਕਹਿੰਦੇ, ਕਿਉਂਕਿ ਇਹ ਵੀ ਵਾਸ਼ਨਾ ਦੇ ਅਧੀਨ ਹੋਇਆ। ਜਦੋਂ ਬ੍ਰਹਮਾ ਸਰਸਵਤੀ ਵੱਲ ਤੱਕਦਾ, ਵਾਸ਼ਨਾ ਦੇ ਅਧੀਨ ਹੋਇਆ, 4 ਮੂੰਹ ਬਣਾ ਲਏ ਅਤੇ 5ਵਾਂ ਉਹ ਆਸਮਾਨ ਨੂੰ ਚੜ੍ਹੀ, ਕਹਿੰਦੇ 5ਵਾਂ ਮੂੰਹ ਸਿਰ ਤਾਂ ਨੂੰ ਲਾ ਲਿਆ। ਸ਼ਿਵ ਜੀ ਨੇ ਉਹਨੂੰ ਕੱਟਿਆ। ਉਹ ਫਿਰ ਬ੍ਰਹਮ ਹੱਤਿਆ ਦਾ ਦੋਸ਼ ਲੱਗਾ। ਇਹਨਾਂ ਦੇ ਹੀ ਗ੍ਰੰਥਾਂ ਵਿੱਚ ਇਹ ਗੱਲਾਂ ਲਿਖੀਆਂ ਹੋਈਆਂ। ਉਹ ਫਿਰ ਉਹ ਐਸਾ ਹੱਥ ਨੂੰ ਚੰਬੜਿਆ, ਸਿਰ ਹੀ ਨਹੀਂ ਸੀ ਲੈਂਦਾ। ਉਹ ਫਿਰ ਕਦੀ ਤੀਰਥ ਭ੍ਰਮਤਾ ਲਹਿ ਨਾ ਪਾਰ ਰੀ, ਕਦੀ ਕਿਸੇ ਤੀਰਥ ਵਿੱਚ ਜਾਂਦਾ, ਕਦੀ ਕਿਸੇ ਤੀਰਥ 'ਤੇ ਜਾਂਦਾ ਸੀ, ਪਰ ਉਹ ਖੋਪੜੀ ਨਹੀਂ ਸੀ ਲੈਂਦੀ। ਅੰਤ ਜਦੋਂ ਕਪਾਲ ਮੋਚਨ 'ਤੇ ਆਇਆ, ਉੱਥੇ ਜਾ ਕੇ ਉਹ ਜਿਹੜਾ ਬ੍ਰਹਮ ਹੱਤਿਆ ਦਾ ਦੋਸ਼ ਤੋਂ ਮੁਕਤ ਹੋਇਆ ਸੀਗਾ। ਸੋ ਸਹਿਸ ਭਗਗਾਮੀ। ਹੁਣ ਜਿਹੜਾ ਇੰਦਰ ਸੀਗਾ, ਇੱਕ ਭਗਤ ਦੇ ਵਾਸਤੇ ਇਹ ਅਹਿਲਿਆ ਕੋਲ ਆਇਆ। ਹੁਣ ਜਦੋਂ ਸਰਾਪ ਮਿਲਦਾ ਇਹਨੂੰ, 50 ਤੇਰੇ ਸਰੀਰ 'ਤੇ ਭਾਈ ਸੈਂਕੜੇ ਹੀ ਭਗਾਂ ਹੋਣਗੀਆਂ। ਅਤੇ ਇਹ ਕਹਿੰਦੇ ਸੋ ਇਹਦਾ ਇੰਦਰ ਦਾ ਸਰੀਰ ਭਗਾਂ ਦਾ ਸ਼ਿਕਾਰ ਹੋ ਗਿਆ ਸੀ। ਸੋ ਸਹਿਸ ਭਗਗਾਮੀ। ਉਹ ਇਹ ਦੇਵਤਿਆਂ ਦੀਆਂ ਗੱਲਾਂ ਥੋੜ੍ਹੀਆਂ ਜਿਹੀਆਂ ਦੱਸੀਆਂ ਭਗਤ ਰਵਿਦਾਸ ਜੀ ਨੇ। ਕਹਿੰਦੇ ਬੰਦੇ ਦੀ ਕੀ ਗੱਲ ਕਰੀਏ, ਜੇ ਬੰਦਾ ਚਲੋ ਤਦੇ ਤਾਂ ਜੇ ਇਹਦੇ ਕੋਲ ਕੋਈ ਗਲਤੀ ਵੀ ਹੁੰਦੀ ਆ ਅਤੇ ਸਤਿਗੁਰੂ ਜੀ ਮੁਆਫ ਕਰਦੇ ਨੇ। ਕਾਰਨ ਕੀ? ਭਾਈ ਆਹ ਦੇਵਤਿਆਂ ਦੀਆਂ ਲੱਛਣ ਦੇਖ ਲਓ, ਰਿਸ਼ੀਆਂ ਮੁਨੀਆਂ ਦੀਆਂ ਗੱਲਾਂ ਦੇਖ ਲਓ। ਇੱਕ ਸਧਾਰਨ ਮਨੁੱਖ ਜੇ ਕੋਈ ਗਲਤੀ, ਕੋਈ ਅਵੱਗਿਆ, ਕੋਈ ਭੁੱਲ ਹੋ ਗਈ ਤਾਂ ਸਤਿਗੁਰੂ ਜੀ ਉਸ ਨੂੰ ਮਾਫ ਕਰਦੇ, ਫਿਰ ਉਹਨੂੰ ਸਿੱਧਾ ਰਾਸਤਾ ਦੱਸਦੇ ਵੀ ਸਿੱਧਾ ਰਾਸਤਾ ਆਹ ਗਲਤ ਰਾਸਤਾ ਹੈ। ਇਨ ਦੂਤਨ ਖਲ ਬਦ ਕਰ ਮਾਰਿਓ। ਇਹ 5 ਦੂਤ ਜਿਹੜੇ ਬੰਦੇ ਨੂੰ ਮੂਰਖ ਬਣਾਉਂਦੇ ਆ। ਅਜਾਮਲ ਮੂਰਖ ਬਣਿਆ ਸੀ ਜਾਂ ਨਹੀਂ ਬਣਿਆ ਸੀ? ਵੇਸ਼ਵਾਗਾਮੀ ਹੋ ਗਿਆ ਸੀ, ਐਡਾ ਸਿਆਣਾ ਵਿਦਵਾਨ ਪੰਡਿਤ, ਸੋ ਮੂਰਖ ਬਣ ਗਿਆ। ਕਾਮ ਨੇ ਮੂਰਖ ਬਣਾ ਦਿੱਤਾ। ਇਹ ਵਿਕਾਰ ਬੰਦੇ ਨੂੰ ਮੂਰਖ ਬਣਾਉਂਦੇ ਆ। ਆਪਣੀ ਮੂਰਖਤਾ ਹੀ ਕਰਕੇ ਬੰਦਾ ਬਚ ਜਾਂਦਾ ਜੀ। ਇੱਥੇ ਵੀ ਮਾਰ ਖਾਂਦਾ ਅਤੇ ਦਰਗਾਹ ਦੇ ਵਿੱਚ ਵੀ ਜਦੋਂ ਜੰਮ ਲੈ ਕੇ ਜਾਂਦੇ ਤਾਂ ਜਿਹੜੇ ਵਿਕਾਰ ਭੋਗਣੇ ਵਾਲੇ ਨੇ ਉਹਨਾਂ ਨੂੰ ਬੰਨ੍ਹਦੇ ਨੇ। ਗਲ ਸੰਗਲ ਘੱਤ ਚਲਾਈਏ, ਅੱਗੇ ਕਰਨੀ ਕੀਰਤ ਬਾਛੀਆ, ਬੈ ਲੇਖਾ ਕਰ ਸਮਝਾਈਏ। ਹੁਣ ਜੇ ਜੀਵਨ ਸਾਰਾ ਉਹਨੇ ਗਲਤ ਤਰੀਕੇ ਨਾਲ ਭੋਗਿਆ ਤਾਂ ਫਿਰ ਤਦੇ ਜੰਮ ਆਣ ਕੇ ਉਹਨੂੰ ਗਲੋਂ ਫੜਦੇ ਨੇ, ਗਲ 'ਚ ਰੱਸਾ ਪਾਉਂਦੇ ਨੇ, ਬੰਨ੍ਹ ਕੇ ਮਾਰਦੇ ਨੇ। ਦੂਤਾਂ ਦਾ ਵੱਝਿਆ, ਇਹਨਾਂ ਵਿਕਾਰਾਂ ਨੇ ਬੰਨਿਆ ਇਸ ਨੂੰ। ਹੁਣ ਜਿਹੜਾ ਬੰਦਾ ਮਾੜੀ ਆਦਤ ਤੋਂ ਮਜਬੂਰ ਹੋ ਗਿਆ ਜੀ, ਇਹਦਾ ਮਤਲਬ ਜੇ ਹੁਣ ਕਾਮ ਤੋਂ ਮਜਬੂਰ ਹੈ, ਉਹ ਕਾਮ ਨੇ ਬੰਨਿਆ ਹੋਇਆ ਇਸ ਨੂੰ। ਇਹੋ ਜਿਹੇ ਬੰਦੇ ਜਿਹੜੇ ਹੁੰਦੇ ਨੇ, ਮਤਲਬ ਵਿਕਾਰਾਂ ਦੇ ਕੋਈ ਵੀ ਵਿਕਾਰ ਲਾ ਲਓ, ਚਾਹੇ ਹਉਮੈ ਦਇਆ, ਚਾਹੇ ਕ੍ਰੋਧ ਦਇਆ, ਸੋ ਆਪਣੀ ਆਦਤ ਤੋਂ ਮਜਬੂਰ, ਕਿ ਉਹ ਵਿਕਾਰਾਂ ਨੇ ਬੰਨਿਆ ਹੋਇਆ ਉਸ ਨੂੰ। ਫਿਰ ਜਦੋਂ ਮਾੜੇ ਕੰਮ ਕਰਦਾ ਫਿਰ ਜੁੱਤੀਆਂ ਹੀ ਪੈਣੀਆਂ, ਇੱਥੇ ਵੀ ਅਤੇ ਦਰਗਾਹ ਦੇ ਵਿੱਚ ਵੀ। ਕਹਿੰਦੇ ਹਲ ਵੱਧ ਕਰ, ਮੂਰਖ ਬਣ ਜਾਂਦਾ। ਸਿਆਣਾ ਬਿਆਣਾ ਬੰਦਾ ਮੂਰਖ ਹੋ ਜਾਂਦਾ। ਕਹਿੰਦੇ ਵੱਡੋ ਨਿਲਾਜ ਅਜਹੂ ਨਹੀਂ ਹਾਰਿਓ। ਇਹ ਮਨ ਐਡਾ ਬੇਸ਼ਰਮ ਹੈ, ਅਜੇ ਵੀ ਹਾਰਿਆ ਨਹੀਂ। ਕਥਾਵਾਂ ਵੀ ਪੜ੍ਹੀਆਂ, ਕਹਾਣੀਆਂ ਪੜ੍ਹ ਲਈਆਂ ਵੀ ਨਾ ਹੋ ਗਿਆ, ਫੇਰ ਵੀ ਹਾਰ ਨਹੀਂ ਮੰਨਦਾ, ਹਾਰਦਾ ਨਹੀਂ। ਵੀ ਜਿਹੜੇ ਵਿਕਾਰ ਨੇ, ਵੀ ਮੈਂ ਆਪਣਾ ਬਲ ਹਾਰ ਦੇਵਾਂ ਗੁਰੂ ਦੇ ਅੱਗੇ। ਵਿਕਾਰ ਕੁਛ ਵੀ ਨਹੀਂ, ਅਸੀਂ ਆਪਣਾ ਬਲ ਹੀ ਨਹੀਂ ਹਾਰਦੇ। ਸੋ ਇਹਨਾਂ ਵਿਕਾਰਾਂ ਨੇ ਇੰਨਾ ਬੰਦੇ ਨੂੰ ਤੰਗ ਕੀਤਾ, ਸਾਰੀ ਸ੍ਰਿਸ਼ਟੀ ਨੂੰ ਤੰਗ ਕਰਦੇ ਪਏ, ਅਤੇ ਅਜੇ ਵੀ ਨਹੀਂ ਹਾਰਦਾ। ਵਿਕਾਰਾਂ ਦੇ ਵਿੱਚ ਜੀਵਨ ਭੋਗਣੇ ਵਾਲਾ ਵਿਕਾਰਾਂ ਦੇ ਅੱਗੇ ਫੇਰ ਵੀ ਨਹੀਂ ਹਟਦਾ, ਫੇਰ ਵਿਕਾਰੀ ਜੀਵਨ ਭੋਗਦਾ ਪਿਆ। ਵੱਡੋ ਨਿਲਾਜ ਅਜਹੂ ਨਹੀਂ ਹਾਰਿਓ। ਮਨ ਦੀ ਗੱਲ ਕੀਤੀ ਹੈ, ਮਨ ਅਜੇ ਵੀ ਨਹੀਂ ਹਾਰਿਆ, ਅਜੇ ਵੀ ਫੇਰ ਵੀ ਵਿਕਾਰਾਂ ਨੂੰ ਚਾਈ ਭੋਗਦਾ ਪਿਆ। ਫੇਰ ਵੀ ਜਦੋਂ ਵਿਕਾਰ ਬੁਰੇ ਕੰਮ ਕਰ ਲੈਂਦੇ ਨੇ, ਉੱਠ ਕੇ ਸ਼ੇਰ ਹੋ ਜਾਂਦਾ। ਬੁਰੇ ਕਾਮ ਕੋ ਊਠ ਖਲੋਇਆ, ਕਹਿੰਦੇ ਐਡਾ ਨਿਲਾਜ ਹੈ। ਕਹਿ ਰਵਿਦਾਸ ਕਹਾ ਕੈਸੇ ਕੀਜੈ, ਬਿਨ ਰਘੁਨਾਥ ਸ਼ਰਨ ਕਾ ਕੀ ਲੀਜੈ। ਰਵਿਦਾਸ ਜੀ ਕਹਿੰਦੇ ਨੇ
ਵੀ ਕੀ ਕੀਤਾ ਜਾਵੇ, ਵੀ ਇਸ ਮਨ ਦਾ ਕੀ ਬਣੇ, ਵਿਕਾਰਾਂ ਤੋਂ ਕਿੱਦਾਂ ਬਚਾਅ ਹੋਵੇ। ਹਾਂ, ਵਿਕਾਰਾਂ ਤੋਂ ਕਿੱਦਾਂ ਬਚਣਾ, ਮਨ ਦਾ ਕੀ ਬਣੇ, ਮਨ ਦਾ ਕੀ ਇਲਾਜ ਕੀਤਾ ਜਾਵੇ। ਅਤੇ ਫਿਰ ਬਿਨਾਂ ਰੱਬ ਤੋਂ ਕਿਹਦੀ ਸ਼ਰਨ ਵਿੱਚ ਜਾਈਏ। ਬਿਨਾਂ ਸਤਿਗੁਰੂ ਤੋਂ ਬਿਨ ਰਘਨਾਥ ਸ਼ਰਨ ਕਾ ਕੀ ਲੀਜੈ। ਉਹ ਰੱਬ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਜਿਹਦੀ ਮਰਜ਼ੀ ਸ਼ਰਨ ਵਿੱਚ ਚਲੇ ਜਾ, ਹੈ ਨਹੀਂ ਬਚਾਅ, ਹੈ ਨਹੀਂ ਬਚਾ ਭਾਈ। ਜੇ ਬਚਾਅ ਹੈ ਉਹ ਗੁਰੂ ਦੀ ਸ਼ਰਨ ਵਿੱਚ ਆਇਆ ਬਚਾਅ ਹੋ ਸਕਦਾ, ਨਹੀਂ ਤਾਂ ਉਂਝ ਤੇਰਾ ਬਚਾਅ ਨਹੀਂ ਹੋਣਾ। ਭੱਜ ਕੇ ਗੁਰੂ ਦੀ ਸ਼ਰਨ ਵਿੱਚ ਆ ਜਾ, ਫਿਰ ਇਹ ਜਿਹੜੇ ਵਿਕਾਰ ਨੇ ਸੋ ਇਹ ਕੱਖ ਨਹੀਂ ਤੇਰਾ ਵਿਗਾੜ ਸਕਦੇ, ਕੁਝ ਵੀ ਨਹੀਂ ਕਰ ਸਕਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। ਜੈਤ ਸ੍ਰੀ ਰਾਗ ਦੇ ਵਿੱਚ ਇੱਕੋ ਹੀ ਸ਼ਬਦ ਹੈ ਭਗਤਾਂ ਦਾ, ਭਗਤ ਰਵਿਦਾਸ ਜੀ ਦਾ। ਇੱਥੇ ਜੈਤ ਸ੍ਰੀ ਰਾਗ ਸੰਪੂਰਨ ਹੁੰਦਾ ਹੈ। ਹੁਣ ਟੋਡੀ ਰਾਗ ਦੀ ਕਥਾ ਆਰੰਭ ਹੋਣੀ ਆ, ਉਹ ਕੱਲ੍ਹ ਨੂੰ ਆਪਾਂ ਸਰਵਣ ਕਰਾਂਗੇ। ਗੁਰੂ ਕਿਰਪਾ ਕਰੇ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨੋ ਜੀਆਂ ਵਧਾਈਆਂ। ਰਾਗ ਰਤਨ ਬਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਤਾਂ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ। ਜਿਸ ਦੇ ਹਿੱਸੋਂ ਪਾਵੇਂ ਸਦਾ ਸਿਵ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਖੜ ਤੇਰੀ। ਸੱਚ ਨਾਮ ਮੇਰਾ ਆਧਾਰ, ਸਾਚ ਨਾਮ ਉਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰਸ਼ਾਨ ਸੁਖ ਮਨਾਇ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਵਿਟੋਂ। ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ। ਕਾਲਾਂ ਜਿਤ ਕਰ ਧਾਰੀਆਂ, ਪੰਚ ਦੂਤ ਦਵਸ ਕੀਤੇ। ਕਾਲ ਕੰਟਕ ਮਾਰਿਆ, ਦੁਰਕਰਮ ਪਾਇਆ। ਤਿਰਜਿਨ ਕੋ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਕਹੂੰ ਤਿਤ ਕਰ ਅਨਹਦ ਬਾਜੇ। ਆਨੰਦ ਸੁਣੋ ਬੜ ਭਾਗੀਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੋਹਰੋ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ, ਸਤ ਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਾਖੀ ਨਿਵਾਸ। ਮਾਤ ਪਿਤਾ ਹਮ ਤੁਮਰੀ ਗਤ ਮਿਤ ਤੁਮ ਹੀ ਜਾਨ, ਸਦਾ ਕੁਰਬਾਨੀ। ਬੋਲੋ ਜੀ ਵਾਹਿਗੁਰੂ। ਸਰਦਾਰ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਕਰਤ ਭਗਵਤੀ ਸੁਭਿਤ ਗੁਰੂ ਨਾਨਕ ਲਈ ਪਿਆਰੇ।
ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਬੈ ਚਲਾਇਓ ਪੰਥ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀ ਦੇਹ ਖੋਜ ਸ਼ਬਦ ਮਹਿਲੇ ਆਕੀ ਰਹੇ ਨਾ ਕੋਏ ਜੇ ਸ਼ਰਨ ਜੋ ਹੋਏ ਚੜ੍ਹੇ ਸੋਤਰੇ ਪਾਰ ਗੁਰ ਪਾਰ ਉਤਾਰਨ ਹਾਰ ਕਲਗੀ ਸੋਹੈ ਸੀਸ ਕਲਗੀ ਧਰ ਜਗਦੀਸ਼। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਜੀਓ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਦਿਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਨ। ਸੋ ਕਾਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਈ। ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸ਼ਲੋਕ ਮਹੱਲਾ ਤੀਜਾ। ਏ ਮਾਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ। ਏ ਮਾਨ ਹਰ ਜੀ ਧਿਆਏ ਤੂੰ ਇਕ ਮਨ ਇਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੁਤਾਏ। ਹਉ ਹਰ ਕੈ ਸਦ ਬਲਿਹਾਰਣ ਜਿਤ ਸੇਵਿਐ ਸੁਖ ਪਾਏ।
ਨਾਨਕ ਗੁਰਮੁਖ ਮਿਲ ਰਹੈ, ਹਉ ਮੈਂ ਸ਼ਬਦ ਜਲਾਏ। ਮਹੱਲਾ ਤੀਜਾ। ਆਪੇ ਸੇਵਾ ਲਾਇਨ, ਆਪੇ ਬਖਸ਼ ਕਰੇ, ਸਭਨਾ ਕਾ ਮਾਪਿਓ ਆਪ ਹੈ, ਆਪੇ ਸਾਰ ਕਰੇ। ਨਾਨਕ ਨਾਮ ਧਿਆਇਓ ਨਾ, ਤਿਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਪੌੜੀ। ਤੂੰ ਕਰਣ ਕਾਰਣ ਸਮਰੱਥ ਹੈ ਕਰਤੇ, ਮੈਂ ਤੁਝ ਬਿਨ ਅਵਰ ਨਾ ਕੋਈ। ਤੁਧ ਆਪੇ ਸਿਸ਼ਟ ਸਿਰਜੀਆ, ਆਪੇ ਫੁਨ ਗੋਈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਵਡਿਆਈ ਗੁਰਮੁਖ ਦੇ ਪ੍ਰਭ, ਹਰ ਪਾਵੈ ਸੋਈ। ਗੁਰਮੁਖ ਨਾਨਕ ਆਰਾਧਿਆ, ਸਭ ਆਖੋ ਧੰਨ 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 ਗੁਰ ਸੋਈ। ਸੁਧ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।